प्यारे दोस्तों, मेरी कहानी ਦਾ ਨਾਂ ਹੈ ਕਿ ਹੁਣ ਚੰਦਰਵੰਸ਼ੀ नहीं रहणगे। ਗੂੜੇ ਸਿਆਲ ਦੀ ਠੰਡੀ ਯੱਖ ਰਾਤ ਤੇ ਮੰਜੇ 'ਚ ਦੁਬਕਿਆ ਪਿਆ ਪੰਡਤ ਜਨਾਰਦਨ ਦਾਸ, ਨਾਲ ਦੇ ਮੰਜੇ 'ਤੇ ਹੀ ਪਈ ਉਸਦੀ ਧਰਮ ਪਤਨੀ ਪਰਮੇਸ਼ਰੀ ਦੇਵੀ ਹਰਨੋਟੇ ਨੇ। ਭਾਵੇਂ ਉਸ ਦਾ ਚਿਹਰਾ ਦਿਨ ਬ ਦਿਨ ਝੋਡੀਆਂ ਦੇ ਵਸ ਪੈਂਦਾ ਜਾ ਰਿਹਾ ਸੀ, ਫਿਰ ਵੀ ਉਸ ਦੀਆਂ ਅੱਖਾਂ ਦੀ ਲੋ ਤੇ ਆਕਾਰ ਉਵੇਂ ਹੀ ਬਰਕਰਾਰ ਸਨ। ਪਰੰਤੂ ਅੱਜ ਉਸ ਨੂੰ ਲੱਗਾ ਸੀ ਕਿ ਸ਼ਾਇਦ ਹੁਣ ਇਹ ਅੱਖੀਆਂ ਜਿਨ੍ਹਾਂ ਨੂੰ ਜਦ ਉਹ ਮਟਕਾਉਂਦੀ ਸੀ ਤੇ ਪੰਡਤ ਜਨਾਰਦਨ ਦਾਸ ਉਸ ਦੇ ਤ੍ਰੀਤਮ 'ਚ ਖੀਵਾ ਹੋ ਜਾਂਦਾ ਸੀ। ਆਪਣੇ ਅੰਦਰ ਹੀ ਆਨੰਦ ਅਤੇ ਸਕੂਨ ਮਹਿਸੂਸਦਾ, ਜਿਹੜਾ ਹਰ ਮਰਦ ਅਕਸਰ ਕਿਸੇ ਔਰਤ ਨੂੰ ਦੇਖ ਕੇ ਮਹਿਸੂਸਦਾ ਹੈ। ਤੇ ਉਹ ਲੋਹੜੇ ਦੇ ਬਜਟ ਵਿੱਚ ਆ ਪਰਮੇਸ਼ਰੀ ਨੂੰ ਰਾਧਾ, ਰੁਕਮਣੀ, ਉਰਵਸ਼ੀ ਅਤੇ ਪਤਾ ਨਹੀਂ ਕਿੰਨੀਆਂ ਹੋਰ ਅਪਸਰਾਵਾਂ ਦੇ ਨਾਵਾਂ, ਵਿਸ਼ੇਸ਼ਣਾਂ ਅਤੇ ਉਪਨਾਵਾਂ ਨਾਲ ਪੁਕਾਰਨ ਲੱਗ ਪੈਂਦਾ। ਪਰਮੇਸ਼ਰੀ ਆਪਣੇ ਹਰਨੋਟੇ ਨੈਣਾਂ ਦੀ ਤਾਰੀਫ ਸੁਣ ਅੱਖਾਂ ਦੇ ਛੱਪਰ ਨਿਵਾ ਲੈਂਦੀ ਤੇ ਪੰਡਤ ਜਨਾਰਦਨ ਦਾਸ ਨੂੰ ਲੱਗਦਾ ਜਿਵੇਂ ਉਹ ਸੱਚਮੁੱਚ ਹੀ ਉਸ ਦੇ ਨੈਣਾਂ ਦੇ ਡੂੰਘੇ ਸਾਗਰ ਸੰਗ ਸਾਗਰ ਹੀ ਹੋ ਗਿਆ ਹੋਵੇ। ਉਸ ਦਾ ਦਿਲ ਕਰਦਾ ਕਿ ਉਸ ਦੇ ਮਨ ਅਤੇ ਸਰੀਰ ਦਾ ਹੰਸ ਉਸ ਸਾਗਰ ਵਿੱਚ ਵਾਸ ਕਰ ਲਵੇ ਅਤੇ ਗਹਿਰੀ ਤੋਂ ਗਹਿਰੀ ਚੁੱਭੀ ਲਗਾ ਹਰ ਮੋਤੀ ਚੁਗ ਲਵੇ। ਇਹ ਮੋਤੀ ਪਰਮੇਸ਼ਰੀ ਦੇ ਹਰਨੋਟੇ ਨੈਣਾਂ ਨੂੰ ਭੇਂਟ ਕਰਦਾ ਤੁਰਿਆ ਜਾਵੇ ਤੇ ਜ਼ਿੰਦਗੀ ਦੀ ਇਸ ਮੋਤੀ ਚੁਗ ਵਿੱਚ ਉਹ ਹਰ ਪਲ ਹਰ ਘੜੀ ਇਸ ਤਰ੍ਹਾਂ ਇੱਕਮਿਕ ਹੋ ਜਾਵੇ ਜਿਉਂ ਪਾਣੀ ਸੰਗ ਪਾਣੀ, ਫੁੱਲ ਸੰਗ ਖੁਸ਼ਬੋਈ, ਪੁੰਨਿਆਂ ਦੇ ਭਰ ਜਵਾਨ ਚੰਦਰ ਸੰਗ ਸ਼ੀਤਲਤਾ ਅਤੇ ਫੱਗਣ ਚੇਤ ਦੇ ਸੂਰਜ ਦੀ ਗੁਲਾਬੀ ਧੁੱਪ ਵਿਚਲੀ ਗਰਮਾਹਟ ਦਾ ਕੋਸਾ ਕੋਸਾ ਸਵਾਦ। ਪਰਮੇਸ਼ਰੀ ਦੇ ਬਦਨ ਦੀ ਤ੍ਰਿਅਗੰਧ ਸੰਗ ਉਸ ਦੇ ਮਰਦਊਪੁਣ ਦੇ ਇਕਸੁਰ ਹੁੰਦਿਆਂ ਦੇ ਅਹਿਸਾਸ ਨਾਲ ਹੀ ਪੰਡਤ ਜਨਾਰਦਨ ਦਾਸ ਨੂੰ ਆਪਣੇ ਕਨੌਜੀਆ ਕੁਲ ਵਿੱਚੋਂ ਹੋਣ ਦਾ ਮਾਣ ਹੁੰਦਾ ਤੇ ਉਹ ਸਿਰ ਨਿਵਾਂ ਕੁਦਰਤ ਦੇ ਕਾਦਰ ਨੂੰ ਸਾਜਦਾ ਕਰਦਾ ਅਤੇ ਬਜਟ ਵਿੱਚ ਆ ਤੁਲਸੀ, ਰਾਮਾਇਣ ਜਾਂ ਗੀਤਾ ਦੇ ਸ਼ਲੋਕਾਂ ਨੂੰ ਪੂਰੇ ਤਰਨਮ ਵਿੱਚ ਗਾਉਣ ਲੱਗ ਪੈਂਦਾ ਅਤੇ ਪਰਮੇਸ਼ਵਰੀ ਵੀ ਆਪਣੇ ਪਤੀ ਪਰਮੇਸ਼ਰ ਦੇ ਇਸ ਬਜਟ ਨਾਲ ਆਪਣੀ ਸਾਂਝ ਹੋਰ ਪੀੜੀ ਕਰਦੀ ਆ ਰਹੀ ਸੀ। ਚਿਹਰੇ 'ਤੇ ਵਿਛਣੀਆਂ ਝੋਡੀਆਂ ਦਾ ਜਾਲ ਵੀ ਜਿਵੇਂ ਉਸ ਨੂੰ ਕਿਸੇ ਬੰਬੀਹੇ ਦੇ ਆਪਣੇ ਹੋਣ ਵਾਲੀ ਪਤਨੀ ਦੇ ਪ੍ਰੇਮ ਬਸ ਬਣਾਏ ਆਲ੍ਹਣੇ ਵਾਂਗ ਲੱਗਦਾ ਤੇ ਉਹ ਝੋਡੀਆਂ ਨੂੰ ਪਿਆਰ ਕਰਨ ਲੱਗ ਪੈਂਦੀ ਵੀ ਜਿਹੜਾ ਆਪਣਾ ਆਲ੍ਹਣਾ ਉਸੇ ਪ੍ਰੇਮ ਤੇ ਲਗਨ ਨਾਲ ਬੁਣਦਾ ਰਹਿੰਦਾ। ਪਰ ਅੱਜ ਤਾਂ ਕੁਝ ਹੋਰ ਹੀ ਵਾਪਰ ਗਿਆ ਸੀ। ਇਹ ਵਰਤਾਰਾ ਅਜੇ ਤੱਕ ਪਰਮੇਸ਼ਰੀ ਆਪਣੀਆਂ ਝੋਡੀਆਂ ਵਿੱਚ ਹੀ ਸਮੋਈ ਫਿਰਦੀ ਰਹੀ ਸੀ, ਪਰੰਤੂ ਝੋਡੀਆਂ ਦੀ ਆਪਣੀ ਚੁੱਪ ਦੀ ਭਾਸ਼ਾ ਵੀ ਤਾਂ ਬਹੁਤ ਕੁਝ ਅਣਕਿਹਾ ਵੀ ਤਾਂ ਕਹਿ ਰਹੀ ਸੀ। ਉਂਝ ਭਾਵੇਂ ਜ਼ੁਬਾਨ ਸਾਂਝੀ ਨਹੀਂ ਸੀ ਹੋਈ, ਪਰ ਫਿਰ ਵੀ ਖਾਸਾ ਕੁਝ ਪਰਮੇਸ਼ਰੀ ਤੋਂ ਕਿਹਾ ਗਿਆ ਸੀ ਅਤੇ ਪੰਡਿਤ ਜਨਾਰਦਨ ਦਾਸ ਨੇ ਉਨੀ ਸ਼ਿੱਦਤ ਅਤੇ ਤੀਬਰਤਾ ਨਾਲ ਹੀ ਉਹਨਾਂ ਸੂਖਮ ਭਾਵਾਂ ਅਤੇ ਲਮਹਿਆਂ ਨੂੰ ਫੜ ਲਿਆ ਸੀ, ਜਿਹੜੇ ਲਮਹੇ ਉਹ ਸੋਚਦਾ ਸੀ ਕਿ ਉਸ ਦੇ ਅਤੇ ਪਰਮੇਸ਼ਰੀ ਦੇ ਆਪਸੀ ਪਿਆਰ ਨੇ ਹੋਰ ਵੀ ਗੂੜੇ ਕਰ ਦਿੱਤੇ ਸਨ ਅਤੇ ਉਹਨਾਂ ਨੂੰ ਫੜਨ ਵਿੱਚ ਉਸ ਨੂੰ ਬਹੁਤੀ ਦੇਰ ਨਾ ਲੱਗੀ। ਹੋਰ ਚੰਡੀਗੜ੍ਹ ਸਭ ਕੰਮ ਠੀਕ ਹੋ ਗਏ। ਸਭ ਕੁਝ ਸਮਝਦੀ ਹੋਈ ਪਰਮੇਸ਼ਰੀ ਨੇ ਜਨਾਰਦਨ ਦਾਸ ਦਾ ਧਿਆਨ ਬਦਲਣ ਲਈ ਕਿਹਾ, ਥੱਕੇ ਲੱਗਦੇ ਹੋ, ਮੈਂ ਹੁਣੇ ਚਾਹ ਬਣਾ ਕੇ ਲਿਆਉਣੀ ਆ। ਠੀਕ ਹੈ, ਪਰ ਛੇਤੀ ਕਰੀ। ਇਹ ਸ਼ਬਦ ਤਾਂ ਪੰਡਤ ਜਨਾਰਦਨ ਦਾਸ ਦੇ ਮੂੰਹੋਂ ਉਸਨੇ ਕਦੇ ਵੀ ਨਹੀਂ ਸਨ ਸੁਣੇ। ਉਹ ਜਦ ਵੀ ਬਾਹਰੋਂ ਆਉਂਦਾ ਤਾਂ ਬਹੁਤ ਹੀ ਆਰਾਮ ਨਾਲ ਕੱਪੜੇ ਬਦਲ ਪਰਮੇਸ਼ਰੀ ਦੇ ਹੱਥਾਂ ਦੀ ਬਣੀ ਚਾਹ ਪੀਣ ਲਈ ਉਤਾਵਲਾ ਹੋ ਉੱਠਦਾ ਸੀ। ਕਾਹਲੀ ਉਹ ਕਦੇ ਵੀ ਨਹੀਂ ਸੀ ਕਰਦਾ। ਉਹ ਪਰਮੇਸ਼ਰੀ ਦੇ ਹੱਥਾਂ ਦਾ ਬਣਿਆ ਭੋਜਨ ਹੀ ਖਾਂਦਾ। ਅੱਜ ਤੱਕ ਉਸਨੇ ਕਦੇ ਵੀ ਬਜ਼ਾਰੂ ਰੋਟੀ ਨਹੀਂ ਸੀ ਖਾਧੀ। ਪਰਮੇਸ਼ਰੀ ਗੋਕੇ ਦੁੱਧ ਵਿੱਚ ਗੁੰਨੇ ਆਟੇ ਦੀਆਂ ਬੋਲਾਂ ਨਾਲ ਭੁਰਦੀਆਂ ਰੋਟੀਆਂ ਅਤੇ ਸੁੱਕੀ ਸਬਜ਼ੀ ਜਨਾਰਦਨ ਦਾਸ ਦੇ ਲੜ ਬੰਨ੍ਹ ਦਿੰਦੀ ਅਤੇ ਉਹ ਕੰਮ 'ਤੇ ਚਲਾ ਜਾਂਦਾ। ਅਕਸਰ ਸੋਤੇ ਹੀ ਘਰ ਪਰਤਦਾ। ਬਜ਼ਾਰੂ ਚਾਹ ਤਾਂ ਉਸ ਨੂੰ ਕਿਸੇ ਪਸ਼ੂ ਦਾ ਪਿਸ਼ਾਬ ਹੀ ਲੱਗਦੀ। ਪਰਮੇਸ਼ਰੀ ਦੇ ਹੱਥਾਂ ਦੀ ਬਣੀ ਚਾਹ ਪੀਣ ਦੇ ਪਲਾਂ ਨੂੰ ਉਹ ਬੇਤਾਬੀ ਨਾਲ ਉਡੀਕਦਾ, ਪਰ ਕਾਹਲ ਕਦੇ ਨਾ ਕਰਦਾ। ਪਰੰਤੂ ਅੱਜ ਦੀ ਕਾਹਲ ਪਰਮੇਸ਼ਰੀ ਲੱਖ ਯਤਨ ਕਰਨ ਦੇ ਬਾਵਜੂਦ ਵੀ ਉਸ ਦੇ ਮਨੋਂ ਨਾ ਕੱਢ ਸਕੀ।
ਸਗੋਂ ਖੁਦ ਹੋਰ ਵੱਧ ਸਹਿਜ ਹੋਣ ਦਾ ਯਤਨ ਕਰਨ ਲੱਗੀ। ਜੀ ਚਾਹ ਵਿੱਚ ਦਾਲਚੀਨੀ ਪਾ ਲਵਾਂ? ਜਿਵੇਂ ਤੇਰੀ ਮਰਜ਼ੀ। ਤੇ ਜੁੱਬੜ ਵਿੱਚੋਂ ਨਿਕਲ ਪੰਡਤ ਜਨਾਰਦਨ ਦਾਸ ਪਰਮੇਸ਼ਰੀ ਦੇ ਪਿੱਛੇ ਹੀ ਰਸੋਈ ਵੱਲ ਔਲ ਪਿਆ। ਪੰਮੋ, ਤੈਨੂੰ ਇੱਕ ਗੱਲ ਪੁੱਛਾਂ? ਹਾਂ ਹਾਂ ਦੱਸੋ। ਪਰਮੇਸ਼ਰੀ ਹੋਰ ਸਹਿਜ ਹੋਈ। ਫਿਰ ਵੀ ਉਹ ਆਪਣੇ ਅੰਦਰਲੀ ਉਥਲ ਪੁਥਲ ਜਨਾਰਦਨ ਦਾਸ ਤੋਂ ਲੁਕੋ ਨਾ ਸਕੀ। ਕਹਿੰਦੇ ਨੇ ਕਿ ਚਿਹਰਾ ਬੰਦੇ ਦੇ ਮਨ ਦਾ ਦਰਪਣ ਹੁੰਦਾ ਹੈ, ਅਤੇ ਉਹ ਦਰਪਣ ਅੱਜ ਵਾਰ-ਵਾਰ ਚਿਹਰੇ ਮੂਹਰੇ ਆ ਇਸ ਦੇ ਹਾਵ-ਭਾਵਾਂ ਨੂੰ ਹੋਰ ਵੀ ਡੂੰਘੇਰੇ ਕਰ ਰਿਹਾ ਸੀ। ਭਲਾ ਬਛੁਆਣ ਵਾਲੇ ਪੰਡਤਾਂ ਦਾ ਕੋਈ ਸੁਨੇਹਾ ਆਇਆ? ਹਾਂ, ਤੇ ਇਸ ਹਾਂ ਨੂੰ ਪਰਮੇਸ਼ਰੀ ਖਾਸਾ ਲਮਕਾ ਗਈ। ਪਰ ਕੀ ਹੋਰ ਉਹਨਾਂ ਨੂੰ ਕੀ ਚਾਹੀਦਾ? ਤੇ ਆਪਣੀ ਜ਼ਿੰਦਗੀ ਦੇ ਪਿਆਰ ਸਾਗਰ ਦੀ ਮੋਤੀ ਝੁੱਗ ਵਿੱਚੋਂ ਜਨਾਰਦਨ ਦਾਸ ਨੇ ਪਰਮੇਸ਼ਰੀ ਦੇਵੀ ਨੇ ਆਪਣੀ ਜ਼ਿੰਦਗੀ ਲਈ 3 ਮੋਤੀ ਜੋਗੇ ਸਨ। ਹੰਸੜਾ ਗਹਿਰੀ ਤੋਂ ਗਹਿਰੀ ਤਹਿ ਤੱਕ ਗਿਆ ਸੀ ਤੇ ਕੱਢ ਲਿਆ ਸੀ ਵੱਡਾ ਲੜਕਾ ਰੋਹਤਾਸ਼ ਤੇ 2 ਛੋਟੀਆਂ ਲੜਕੀਆਂ ਸੌਦਾਮਨੀ ਪ੍ਰਭਾ ਤੇ ਭਾਗੀਰਥੀ ਸ਼ਰਮਾ। ਰੋਹਤਾਸ਼ ਆਪਣੇ ਪਿਤਾ ਤੇ ਮਾਤਾ ਦੋਹਾਂ ਦੇ ਮੇਲ ਦੀ ਸਾਂਝੀ ਮੂਰਤ ਅਤੇ ਸੌਦਾਮਨੀ ਅਤੇ ਭਾਗੀਰਥੀ ਦੋਵੇਂ ਹੀ ਆਪਣੀ ਮਾਂ ਦਾ ਦੂਜਾ ਰੂਪ। ਜਦ ਦੋਵੇਂ ਧੀਆਂ ਨੇ ਮਟਿਆਰਪਣੇ ਦੀ ਦਹਿਲੀਜ਼ 'ਤੇ ਪੈਰ ਧਰਿਆ ਤਾਂ ਉਹਨਾਂ ਨੂੰ ਦੇਖਦਿਆਂ ਹੀ ਪੰਡਤ ਜਨਾਰਦਨ ਦਾਸ ਮੂਹਰੇ ਪਰਮੇਸ਼ਰੀ ਦੀ ਭਰ ਜਵਾਨ ਉਮਰ ਆ ਜਾਂਦੀ। ਇੱਕ ਪਾਸੇ ਇੱਕ ਪਰਮੇਸ਼ਰੀ ਦਾ ਪਤੀ ਹੁੰਦਾ ਅਤੇ ਦੂਜੇ ਪਾਸੇ 2 ਪਰਮੇਸ਼ਰੀਆਂ ਸੌਦਾਮਨੀ ਅਤੇ ਭਾਗੀਰਥੀ ਦਾ ਪਿਤਾ ਪੰਡਤ ਜਨਾਰਦਨ ਦਾਸ। ਚਾਹ ਬਣ ਕੇ ਆ ਗਈ, ਦੋਵਾਂ ਪੀਤੀ। ਪਰ ਅੱਜ ਚਾਹ ਵਿਚਲੀ ਦਾਲਚੀਨੀ ਪਤਾ ਨਹੀਂ ਕਿਉਂ ਉਹ ਸਵਾਦ ਨਹੀਂ ਸੀ ਦੇ ਰਹੀ ਜਿਸ ਨੇ ਅੱਜ ਤੱਕ ਆਪਣੀ ਸੁਗੰਧ ਅਤੇ ਗਰਮੈਸ਼ ਛੱਡੀ ਹੀ ਨਹੀਂ ਸੀ। ਅਤੇ ਫਿਰ ਪੰਡਤਾਂ ਦਾ ਕਿਹੜਾ ਮੁੰਡਾ ਆਇਆ ਸੀ? ਕੋਈ ਵੀ ਆਇਆ ਹੋਵੇ। ਇਹ ਕੀ ਪੰਮੋ? ਕੁਝ ਨਹੀਂ। ਫਿਰ ਆ ਬੁਝਾਰਤਾਂ ਜੀਆਂ ਕੀ? ਰੋਹਤਾਸ਼ ਹੀ ਹੱਥ ਖੜ੍ਹੇ ਕਰ ਗਿਆ। ਪਰਮੇਸ਼ਰੀ ਨੇ ਆਪਣੇ ਖੱਬੇ ਹੱਥ ਦੀ ਹਥੇਲੀ ਨਾਲ ਆਪਣੇ ਗਲ ਦੀ ਘੰਟੀ ਮਲੀ। ਰੋਹਤਾਸ਼ ਹੋਰ ਸਾਲਾ ਕੀ ਹੂਰ ਭਰੀ ਭਾਲਦਾ ਹੈ? ਨਾਲੇ ਜੋਧਪੁਰੀਆ ਵੈਦ ਤਾਂ ਦੱਸਦਾ ਸੀ ਕਿ ਕੁੜੀ ਬਲਾਂ ਸੋਹਣੀ ਹੈ, ਸੂਰਤ ਤੇ ਸੀਰਤ ਦੀ ਇੱਕੋ ਜੀ। ਕਾਹਨੂੰ ਜੀ? ਅੱਜ ਤਾਂ ਜਮਾਂ ਹੀ ਜਵਾਬ ਦੇ ਗਿਆ। ਪੰਮੋ, ਤੇਰੀਆਂ ਲਿਚ ਗਡੀਚੀਆਂ ਜੀਆਂ ਮੈਨੂੰ ਸਮਝ ਨਹੀਂ ਆਉਂਦੀਆਂ। ਬਸ ਜੀ ਕਿਸਮਤ ਖੋਟੀ। ਅਤੇ ਪਰਮੇਸ਼ਰੀ ਨੇ ਸਮੁੰਦਰ ਜਿਹੜਾ ਡੂੰਘਾ ਹੌਕਾ ਲਿਆ ਅਤੇ ਇੰਝ ਮਹਿਸੂਸ ਹੋਇਆ ਜਿਵੇਂ ਪੂਰੀ ਫਿਜ਼ਾ ਹੀ ਹੌਕਾ ਬਣ ਗਈ ਹੋਵੇ। ਇੱਕ ਵਾਡਾਕਾਰੀ ਅਤੇ ਕਿਸੇ ਵੀ ਗ੍ਰਿਫਤ 'ਚ ਨਾ ਆਉਣ ਵਾਲਾ ਦਿਓ ਕੱਦ ਹੌਕਾ। ਉਹ ਸੁੱਕਾ ਮੇਵਾ, ਫਲ ਫਰੂਟ, ਉਹ ਰਸ ਮੁਰੱਬੇ, ਬਦਾਮ ਅਤੇ ਉਹ ਚਾਲਾੜ ਕਿੰਨਾ ਹੀ ਕੁਝ ਪਰਮੇਸ਼ਰੀ ਦੇ ਮਨ 'ਤੇ ਆਰਾ ਚਲਾਉਣ ਲੱਗੇ ਜਿਨ੍ਹਾਂ ਨਾਲ ਉਹਨਾਂ ਆਪਣੇ ਇਕਲੌਤੇ ਰੋਹਤਾਸ਼ ਨੂੰ ਪਾਲਿਆ ਸੀ। ਤਲੀਆਂ 'ਤੇ ਚੋਗ ਚੁਗਾਏ ਸਨ ਅਤੇ ਚਿੜੀਆਂ ਦਾ ਦੁੱਧ ਉਸ ਦੀ ਛੋਟੇ ਹੁੰਦੇ ਦੀ ਜਿੱਦ ਮੂਹਰੇ ਪੇਸ਼ ਕੀਤਾ ਸੀ। ਉਸ ਦਾ ਗੱਚ ਭਰ ਆਇਆ ਅਤੇ ਪੰਡਤ ਜਨਾਰਦਨ ਦਾਸ ਦੀਆਂ ਅੱਖਾਂ ਕਿਸੇ ਉਤਸੁਕਤਾ ਵਿੱਚ ਹੋਰ ਵੱਡੀਆਂ ਹੋਈਆਂ। ਸ਼ਾਇਦ ਇਹ ਪਹਿਲਾ ਦਿਨ ਸੀ ਜਦ ਜਨਾਰਦਨ ਦਾਸ ਅਤੇ ਪਰਮੇਸ਼ਰੀ ਇਸ ਤਰ੍ਹਾਂ ਦੀ ਮਾਨਸਿਕ ਉਲਝਣ ਵਿੱਚ ਉਲਝੇ ਸਨ। ਅਸਲ ਗੱਲ ਪਰਮੇਸ਼ਰੀ ਦੇ ਹੋਂਠ ਦੁਆਰ 'ਤੇ ਕਈ ਵਾਰ ਆ ਮੁੜ ਗਈ ਸੀ, ਪਰੰਤੂ ਉਸ ਦਸਤਕ ਦਾ ਖੜਾਕ ਓਨੀ ਹੀ ਤੇਜ਼ੀ ਨਾਲ ਵੱਧ ਸ਼ੋਰ ਕਰ ਰਿਹਾ ਸੀ। ਇਹ ਸ਼ੋਰ ਜਿਸ ਨੇ ਪਰਮੇਸ਼ਰੀ ਦੇ ਮਨ ਅੰਦਰ ਬਣੀਆਂ ਪੋਤੇ ਪੋਤਿਆਂ ਦੀਆਂ ਆਕ੍ਰਿਤੀਆਂ 'ਤੇ ਪੋਚਾ ਫੇਰ ਦਿੱਤਾ ਸੀ। ਵਿਆਹ ਤੋਂ ਚੌਥੇ ਦਿਨ ਹੀ ਨੂੰਹ ਪੇਕੀ ਗਈ ਮੁੜ ਨਹੀਂ ਸੀ ਆਈ। ਜੇ ਆਈਆਂ ਸਨ ਤਾਂ ਪੰਚਾਇਤਾਂ ਹੀ ਜੁੜ ਆਈਆਂ ਸਨ। ਮੂੰਹੋਂ ਮੂੰਹੀਂ ਕਿੰਨਾ ਕੁਝ ਬ੍ਰਹਿਮੰਡ ਵਿੱਚ ਬਿਖਰ ਗਿਆ ਸੀ। ਪੰਡਤ ਜੀ, ਸਾਰਾ ਗਹਿਣਾ ਗੱਟਾ ਫਰਨੀਚਰ ਅਤੇ ਹੋਰ ਲਗਾ ਤੋਗਾ ਰਾਤ ਨੂੰ ਹੀ ਟਰੱਕ 'ਤੇ ਲਦਾ ਦਿਆਂਗੇ। ਨਾਲੇ ਆਪਣੀ ਰਹਿ ਜੂ, 2 ਲੋਕਾਂ ਨੂੰ ਪਤਾ ਲੱਗੂ, 2 ਨੂੰ ਨਾ। ਨਾਲੇ ਇਹ ਮਸਲੇ ਤਾਂ ਪਰਦੇ ਵਾਲੇ ਹੁੰਦੇ ਆ। ਵਿਚੋਲੇ ਦੀ ਗੱਲ ਦਾ ਖਿਆਲ ਆਉਂਦਿਆਂ ਹੀ ਪਰਮੇਸ਼ਰੀ ਨੂੰ ਤੌਣੀ ਆਈ ਸੀ ਅਤੇ ਉਹ ਮੁੜਕੀ ਹੋਈ ਆਪਣੇ ਕੱਪੜੇ ਪੱਟਣ ਤੱਕ ਆ ਪਹੁੰਚੀ ਸੀ। ਉਸ ਆਪਣਾ ਸਿਰ ਛੰਡਿਆ ਜਿਵੇਂ ਖਾਸਾ ਸਾਰਾ ਭਾਰ ਲੈ ਗਿਆ ਹੋਵੇ। ਮਨ ਵੀ ਔਤਾਂ ਦੀ ਰੱਬ ਨੇ ਪਤਾ ਨਹੀਂ ਕਿਹੋ ਜਿਹੀ ਚੀਜ਼ ਬਣਾਈ ਹੈ। ਕਿਤੇ ਲੈ ਵੜਦਾ ਜੈ ਵੱਡੀ ਦਾ। 2 ਸੋਹਣੇ ਪੋਤੇ ਪੋਤੀ ਦੀ ਆਕ੍ਰਿਤੀ ਫਿਰ ਸਾਕਾਰ ਹੋਈ। 2-3 ਵਾਰ ਓਮ ਸ਼ਾਂਤੀ ਮੰਤਰ ਦਾ ਉਚਾਰਨ ਹੋਇਆ। ਚਲੋ ਛੱਡੋ ਪਰਾਂ, ਜੈ ਨੂੰ ਖਾਵੇ, ਤੜਕੇ ਦੇਖਾਂਗੇ। ਪਤਾ ਨਹੀਂ ਕਿੱਥੇ ਭਗਾਈ ਕਰਕੇ ਆਏ ਹੋਵੋਗੇ। ਨਾਲੇ ਚੰਡੀਗੜ੍ਹ ਦਾ ਸਫ਼ਰ ਘੱਟ, ਪਰ ਉੱਥੋਂ ਦੇ ਦਫ਼ਤਰਾਂ ਦੇ ਬਾਬੂ ਅਤੇ ਪੌੜੀਆਂ ਵੱਧ ਥਕਾ ਦਿੰਦੀਆਂ। ਪਰਮੇਸ਼ਰੀ ਜਨਾਰਦਨ ਦਾਸ ਨੂੰ ਮੁਖਾਤਿਬ ਹੋਈ। ਨਹੀਂ ਪੰਮੋ, ਮੈਨੂੰ ਤਾਂ ਤੇਰਾ ਸੰਗ ਹਮੇਸ਼ਾ ਹੀ ਆਸਰਾ ਦਿੰਦਾ ਰਿਹਾ ਹੈ। ਮੈਂ ਤਾਂ ਜ਼ਿੰਦਗੀ ਵਿੱਚ ਕਦੇ ਥੱਕਿਆ ਹੀ ਨਹੀਂ।
ਸਗੋਂ ਤੇਰੀ ਆਹ ਬੁਝਾਰਤ ਮੈਨੂੰ ਜ਼ਰੂਰ ਥਕਾ ਦੇਵੇਗੀ। ਨਹੀਂ ਜੀ, ਫਿਕਰ ਵਾਲੀ ਕੋਈ ਗੱਲ ਨਹੀਂ, ਇਲਾਜ ਬਥੇਰੇ ਇਲਾਜ ਹੈਗੇ ਹੈਂ, ਬਥੇਰੇ ਇਲਾਜ ਤੇ ਫਿਕਰ। ਪੰਡਤ ਜਨਾਰਦਨ ਦਾਸ ਦਾ ਮੂੰਹ ਅੱਡਿਆ ਹੀ ਰਹਿ ਗਿਆ। ਉਸ ਦੀ ਦਾੜੀ ਦੇ ਕਰਚੇ ਤਣੀਆਂ ਸੰਗੀਨਾਂ ਵਾਂਗ ਸਤਰਕ ਹੋ ਗਏ। ਅੱਖਾਂ ਕਿਸੇ ਜਗਿਆਸਾ ਅਤੇ ਫਿਕਰਮੰਦੀ ਵਿੱਚ ਵੱਡੀਆਂ ਹੋਈਆਂ। ਸਮਾਜਿਕ ਉਂਝਾਂ ਦਾ ਘੇਰਾ ਹੋਰ ਵੱਡਾ ਹੋਇਆ। ਚਲੋ ਹੁਣ ਆਰਾਮ ਕਰੋ, ਮੈਂ ਰੋਟੀ ਬਣਾ ਕੇ ਲਿਆਉਣੀ ਆ। ਆਰਾਮ, ਉਹ ਵੀ ਇਸ ਹਾਲਤ ਵਿੱਚ? ਜਦ ਪਰਮੇਸ਼ਰੀ ਨੇ ਬੁਝਾਰਤ ਦਾ ਜਿੰਦਰਾ ਨਾ ਖੋਲ੍ਹਿਆ ਤਾਂ ਜਨਾਰਦਨ ਦਾਸ ਦੀ ਜਿੱਦ ਨੇ ਇਹ ਜਿੰਦਰਾ ਤੋੜ ਹੀ ਦਿੱਤਾ। ਰੋਹਤਾਸ਼ ਦੀ ਨਪੁੰਸਕਤਾ ਅਤੇ ਮਾਨਸਿਕ ਗੁੰਝਲ ਨੂੰ ਉਸ ਆਪਣੇ ਪਤੀ ਨਾਲ ਸਾਂਝੀ ਕਰਨ ਦਾ ਹੀਆ ਕੀਤਾ ਤਾਂ ਬਸ ਹੁਣ ਆਪਣੀ ਬੰਸ ਪੁੱਗ ਗਈ ਪੰਮੋ। ਕਹਿਣ ਸਾਰ ਪੰਡਤ ਜਨਾਰਦਨ ਦਾਸ ਘੋਰ ਨਿਰਾਸ਼ਾ ਵਿੱਚ ਜਾ ਉਤਰਿਆ। ਇਹਦਾ ਮਤਲਬ ਆਪਣੇ ਭਾਗਾਂ ਵਿੱਚ ਹੈ ਨਹੀਂ ਦਾਦਾ ਦਾਦੀ ਬਣਨਾ। ਕੀ ਇਹੀ ਮਨਜ਼ੂਰ ਹੈ ਵਿਧਾਤਾ ਨੂੰ? ਇੱਕ ਪਲ ਲਈ ਸਨਾਟਾ ਛਾ ਗਿਆ। ਕਿਸੇ ਖੱਡ ਵਿੱਚੋਂ ਬੋਲਦਾ ਬਿੰਡਾ ਚੁੱਪ ਹੋ ਗਿਆ। ਵਿਹੜੇ ਵਿੱਚ ਲੱਗੀ ਜਾਮਣ ਦੇ ਪੱਤੇ ਅਹਿਲ ਹੋ ਗਏ ਅਤੇ ਪਰਮੇਸ਼ਰੀ ਦੀਆਂ ਲਾਲ ਸੂਈਆਂ ਬੰਗਾਂ ਦੀ ਛਣਕਾਟ ਨੇ ਚੁੱਪ ਧਾਰ ਲਈ। ਪਰੰਤੂ ਹਾਲਾਤ ਨੂੰ ਸਾਂਭਦੀ ਹੋਈ ਪਰਮੇਸ਼ਰੀ ਨੇ ਹੌਸਲਾ ਫੜਿਆ। ਡਗਮਗਾਉਂਦੀ ਕਿਸ਼ਤੀ ਦੇ ਚੱਪੂਆਂ 'ਤੇ ਪਕੜ ਮਜ਼ਬੂਤ ਹੋਈ। ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਡੇ ਨਾਲ ਹਾਂ, ਆਪਾਂ ਸਭ ਕੁਝ ਠੀਕ ਕਰ ਲਾਂਗੇ। ਕਿਹੜੀ ਚੀਜ਼ ਹੈ ਦੁਨੀਆ 'ਚ ਜਿਹਦਾ ਹੱਲ ਹੈ ਨਹੀਂ? ਹੁਣ ਪਰਮੇਸ਼ਰੀ ਦਾ ਜਨਾਰਦਨ ਦਾਸ ਪ੍ਰਤੀ ਪਿਆਰ ਆਪਣੀ ਚਰਮ ਸੀਮਾ 'ਤੇ ਸੀ ਅਤੇ ਉਹ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗੀ। ਪਰ ਚਿੰਤਾ ਵਾਲੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਰੋਹਤਾਸ਼ ਕਹਿੰਦਾ ਕਿ ਉਹ ਕਿਸੇ ਡਾਕਟਰ ਕੋਲ ਨਹੀਂ ਜਾਵੇਗਾ। ਡਰਿਆ ਜਾ ਰਹਿੰਦਾ ਵਿਚਾਰਾ ਸਾਰਾ ਦਿਨ। ਹੱਥ ਵੀ ਲੱਗਦਾ ਜਿਵੇਂ ਕੰਬਦੇ ਹੋਣ। ਮੈਂ ਦੇਖਦੀ ਹਾਂ ਤੁਸੀਂ ਤਾਂ ਕਈ ਮਹੀਨਿਆਂ ਤੋਂ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ। ਨਾਲੇ ਪਤਾ ਨਹੀਂ ਉਹ ਤੁਹਾਡੇ ਕੋਲ ਆਉਣੋਂ ਕਿਉਂ ਕਤਰਾਉਂਦਾ ਹੈ। ਆਪਦੇ ਕਮਰੇ ਦੀ ਅਲਮਾਰੀ ਦੀ ਜਿੰਦੀ ਦਾ ਤਾਂ ਉਹ ਭੋਰਾ ਵੀ ਵਸਾ ਨਹੀਂ ਖਾਂਦਾ। ਪਰਮੇਸ਼ਰੀ ਸਹਿਜ ਸੀ, ਹੌਸਲੇ ਵਿੱਚ ਸੀ, ਪਰ ਫਿਰ ਵੀ ਕੁਝ ਉਖੜੀ ਜ਼ਰੂਰ ਸੀ। ਹੁਣ ਕਿੱਥੇ ਗਿਆ ਰੋਹਤਾਸ਼? ਪੰਡਤ ਜਨਾਰਦਨ ਦਾਸ ਨੇ ਚੁੱਪ ਤੋੜੀ। ਦੱਸ ਕੇ ਨਹੀਂ ਗਏ, ਪਰ ਹੋਊ ਇੱਥੇ ਹੀ। ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਹੈ, ਹਨੇਰੇ ਸਵੇਰੇ ਹੀ ਘਰ ਵੜਦਾ। ਉਹ ਵੀ ਸਿੱਧਾ ਆਪਣੇ ਕਮਰੇ 'ਚ ਜਾ ਦੁਬਕਦਾ। ਨਾ ਤਾਂ ਉਹਨੂੰ ਵਿਹਲਾ ਕੰਮ, ਨਾ ਤਾਂ ਤੁਹਾਨੂੰ ਵਿਹਲਾ ਕੰਮਾਂ ਕਰਾਂ ਤੋਂ, ਅਤੇ ਨਾ ਹੀ ਕਦੇ ਮੁੰਡੇ ਦੀ ਸਾਰ ਲਈ ਹੈ। ਇਕੱਠਾ ਜਿਹਾ ਹੋਇਆ ਫਿਰਦਾ ਰਹਿੰਦਾ ਵਿਚਾਰਾ ਸਾਰਾ ਦਿਨ। ਹੁਣ ਪਰਮੇਸ਼ਰੀ ਦੀ ਗੱਲ ਵਿੱਚ ਨਿਹੋਰਾ ਵੱਧ ਅਤੇ ਲਗਾਅ ਕੁਝ ਘਟ ਗਿਆ ਲੱਗਦਾ ਸੀ। 30 ਵਰ੍ਹਿਆਂ ਦੇ ਸਮਰਪਣ ਦੌਰਾਨ ਅੱਜ ਪਰਮੇਸ਼ਰੀ ਨੇ ਪਹਿਲੀ ਵਾਰ ਦੇਖਿਆ ਸੀ ਕਿ ਉਸ ਦਾ ਪਤੀ ਰਜਾਈ ਵਿੱਚ ਮੂੰਹ ਦੇ ਕੇ ਪਿਆ ਸੀ। ਭਾਵੇਂ ਕਿੰਨੀ ਵੀ ਠੰਡ ਹੁੰਦੀ, ਉਹ ਹਮੇਸ਼ਾ ਆਪਣਾ ਮੂੰਹ ਰਜਾਈ 'ਚੋਂ ਬਾਹਰ ਰੱਖ ਕੇ ਹੀ ਸੌਂਦਾ। ਮੰਜੇ 'ਤੇ ਪੈਣ ਸਾਰ ਹੀ ਉਹ ਨੀਂਦ ਦੀ ਮਾਣਮੱਤੀ ਗੋਦ ਵਿੱਚ ਜਾ ਉਤਰਦਾ ਅਤੇ ਮੁਰਗੇ ਦੀ ਪਹਿਲੀ ਵਾਂਗ ਉਸ ਦਾ ਬਚਪਨ ਤੋਂ ਹੀ ਸਾਥ ਦਿੰਦੀ ਆ ਰਹੀ ਸੀ। 4 ਅਰਬ 7 ਫੁੱਟ ਦੀ ਰਜਾਈ ਦਾ ਸੰਸਾਰ ਅੱਜ ਕਿੰਨੇ ਹੀ ਮੂੰਹ ਅੱਡੀ ਖੜਾ ਸੀ। ਕਿੰਨੇ ਚਾਵਾਂ ਲਾਡਾਂ ਨਾਲ ਪਾਲਿਆ ਜਵਾਕ। ਰੋਹਤਾਸ਼ ਰੱਖਿਆ ਉਸ ਦਾ ਨਾਂ। ਕਨੌਜੀਏ ਬ੍ਰਾਹਮਣਾਂ ਦੀ ਚੰਦਰਵੰਸ਼ੀ ਕੁਲ, ਉੱਚੀ ਸੁੱਚੀ ਸੋਚ ਦੇ ਧਾਰਨੀ। ਮੁੰਡੇ ਨੇ ਪਹਿਲਾਂ ਕਿਉਂ ਨਾ ਦੱਸਿਆ? ਉਸ ਨੂੰ ਰੋਹਤਾਸ਼ ਦੀ ਉਸ ਢਾਣੀ 'ਤੇ ਰਹਿ ਕੇ ਗੁੱਸਾ ਆਉਣ ਲੱਗਾ ਜਿਸ ਨੇ ਉਸਦੇ ਇਕਲੌਤੇ ਨੂੰ ਉਸਰਾ ਤੋਰਿਆ ਸੀ। ਜਿਸ ਤਰ੍ਹਾਂ ਸਰੀਰ ਹੀ ਨਹੀਂ ਸਗੋਂ ਸੋਚ ਵੀ ਨਪੁੰਸਕ ਹੋ ਜਾਂਦੀ ਹੈ। ਗੋਲੀਆਂ ਕੈਪਸੂਲਾਂ ਦਾ ਰਾਹ, ਕਿੰਨਾ ਨਸ਼ਾ ਸਮੋਈ ਬੈਠੇ ਖੰਘ ਜ਼ੁਕਾਮ ਦੇ ਸ਼ਰਬਤ। ਜਨਾਰਦਨ ਦਾਸ ਆਪੇ ਤੋਂ ਬਾਹਰ ਹੋਣ ਲੱਗਾ। ਇੱਕ ਗੋਲੀ ਦਾ ਚਟਕਾਰਾ ਹੀ ਤਾਂ ਸੀ ਜੋ ਰੋਹਤਾਸ਼ ਨੂੰ ਇਸ ਰਾਹ ਤੋਰਨ ਵਾਲੇ ਨੇ ਦਿੱਤਾ। ਅਤੇ ਹੁਣ ਉਹ ਦਿਨ ਆ ਗਏ ਸਨ ਜਦ ਗਿਣਤੀਆਂ ਮਿਣਤੀਆਂ ਦੇ ਤਾਂ ਚੱਕਰ ਹੀ ਖਤਮ ਹੋ ਗਏ ਸਨ। ਲੱਪਾਂ ਦੇ ਲੱਪ ਅੰਦਰ ਜਾਂਦੇ ਸਨ ਅਤੇ ਵਿਚਾਰੇ ਜਵਾਕ ਦੀ ਚੜ੍ਹਦੀ ਉਮਰ ਦੀ ਲਾਲੀ ਖਾ ਗਈਆਂ ਸਨ। ਦਰਦਨਾਸ਼ਕ ਗੋਲੀਆਂ ਅਤੇ ਕੈਪਸੂਲ। ਕਿੱਥੇ ਗਈ ਸੀ ਚੰਦਰਵੰਸ਼ੀ ਭੀਮ ਅਰਜੁਨ ਅਤੇ ਯੁਧਿਸ਼ਟਰ ਹੋਰਾਂ ਵਾਲੀ ਚਮਕ ਦਮਕ ਅਤੇ ਫੁਰਤੀ ਰੋਹਤਾਸ਼ ਦੀਆਂ ਅੱਖਾਂ ਵਿੱਚੋਂ? ਜਨਾਰਦਨ ਦਾਸ ਦਾ ਰੋਹ ਜਵਾਲਾਈ ਰੂਪ ਧਾਰਨ ਕਰਨ ਲੱਗਾ। ਲਾਇਸੈਂਸ ਸ਼ੁਦਾ ਨਸ਼ੇ ਵੇਚਣ ਵਾਲਿਆਂ ਨੂੰ ਫੁੰਡਣ ਤੁਰ ਪਿਆ। ਕਿੰਨੇ ਹੀ ਸ਼ੀਸ਼ੇ ਅਲਮਾਰੀਆਂ ਅਤੇ ਅਲਮਾਰੀ ਵਿਚਲੀਆਂ ਸ਼ੀਸ਼ੀਆਂ ਭੰਨ ਸੁੱਟੀਆਂ। ਬੂ ਦਹਾਈ ਮੱਚ ਗਈ ਚਾਰੇ ਪਾਸੇ। ਕਿੱਥੇ ਗਏ ਡਰੱਗ ਇੰਸਪੈਕਟਰ? ਉਹ ਚੀਕਣ ਵਰਗਾ ਹੋਇਆ। ਕਿੱਥੇ ਗਿਆ ਕਰਤਾਰ? ਕਿੱਥੇ ਗਈਆਂ ਕਦਰਾਂ ਕੀਮਤਾਂ? ਨਸ਼ਾ ਵੇਚਣ ਵਾਲੇ ਕਮਿਸਟਾਂ ਦੇ ਸ਼ੈਤਾਨ ਚਿਹਰਿਆਂ 'ਤੇ ਉਸ ਚਿੱਬ ਪਾ ਦਿੱਤੇ। ਪਤਾ ਨਹੀਂ ਪੱਥਰ ਕਿੱਥੋਂ ਆ ਗਏ।
ਬੱਸ ਸਟੈਂਡ ਰੋਡ ਤੇ ਜਹਾਜ਼ ਜਿੱਡੀਆਂ ਜਿੱਡੀਆਂ ਕੈਮਿਸਟਾਂ ਦੀਆਂ ਦੁਕਾਨਾਂ ਵਿੱਚ ਭੱਜ ਦੜ ਮਚ ਗਈ। ਪਾਗਲ ਹੋਏ, ਬਚਾਓ ਹੋਏ, ਫੜੋ ਹੋਏ। ਇੱਕ ਕੈਮਿਸਟ ਤਾਂ ਇੱਕ ਗੱਭਰੂ ਤੇ ਮੋਰਫੀਨ ਦਾ ਟੀਕਾ ਲਾਉਂਦਾ ਹੋਇਆ ਵਿਚਕਾਰੋਂ ਛੱਡ ਕੇ ਹੀ ਭੱਜ ਨਿਕਲਿਆ ਸੀ। ਸਰਿੰਜ ਨੌਜਵਾਨ ਦੇ ਗਿੱਟੇ ਦੀ ਨਾੜੀ ਵਿੱਚ ਅੜੀ ਰਹਿ ਗਈ ਸੀ। ਓਏ ਆ ਕੀ ਪੁੱਤਰਾ, ਰੋਣ ਹਾਕੇ ਹੋਏ ਜਨਾਰਦਨ ਦਾਸ ਨੇ ਉਸ ਜਵਾਨ ਨੂੰ ਪੁੱਛਿਆ ਸੀ। ਬਸ ਅੰਕਲ, ਹੁਣ ਇਸ ਰਾਹੋਂ ਮੁੜਨਾ ਔਖਾ ਹੀ ਨਹੀਂ, ਅਸੰਭਵ ਵੀ ਹੈ। ਅੰਦਰ ਗਏ ਅੱਧੇ ਟੀਕੇ ਨੇ ਨੌਜਵਾਨ ਦੀਆਂ ਅੱਖਾਂ ਦੇ ਲਹੂ ਗੇੜ ਵਿੱਚ ਵਾਧਾ ਕੀਤਾ ਸੀ। ਅਜੇ ਜਨਾਰਦਨ ਦਾਸ ਸਰਿੰਜ ਉਸ ਦੇ ਗਿੱਟੇ ਵਿੱਚੋਂ ਕੱਢ ਹੀ ਰਿਹਾ ਸੀ ਕਿ ਕਿੰਨੇ ਹੀ ਲੋਕ ਉਸ ਮਗਰ ਪੈ ਨਿਕਲੇ ਸਨ। ਇੱਕ ਵੱਡਾ ਸਾਰਾ ਪੱਥਰ ਡਰੱਗ ਇੰਸਪੈਕਟਰ ਵੀ ਚੁੱਕੀ ਖੜਾ ਸੀ। ਮਗਰ ਪਏ ਕਿੰਨੇ ਹੀ ਲੋਕਾਂ ਨੂੰ ਦੇਖ ਜਨਾਰਦਨ ਦਾਸ ਇੰਨਾ ਡਰ ਗਿਆ ਕਿ ਉਸ ਦੀ ਆਵਾਜ਼ ਬੰਦ ਹੋਣ ਕਿਨਾਰੇ ਆ ਗਈ। ਪਤਾ ਨਹੀਂ ਉਸ ਹੋਰ ਕਿੰਨੇ ਉਲਝਾਅ ਵਿੱਚ ਪੈ ਜਾਣਾ ਸੀ ਜੇ ਪਰਮੇਸ਼ਰੀ ਉਸ ਨੂੰ ਫੜ ਧਰਵਾਸ ਨਾ ਦਿੰਦੀ ਅਤੇ ਠੰਡਾ ਪਾਣੀ ਘੁੱਟ-ਘੁੱਟ ਉਸ ਦੇ ਅੰਦਰ ਨਾ ਸੁੱਟਦੀ। ਜਨਾਰਦਨ ਦਾਸ ਨੂੰ ਜਾਪਿਆ ਕਿ ਉਸ ਨੂੰ ਪਾਗਲਪਣ ਦਾ ਦੌਰਾ ਪਿਆ ਸੀ। ਪੁੱਤਰ ਮੋਹ ਕਿੰਨਾ ਭਾਰੂ ਹੋ ਗਿਆ ਸੀ। ਉਸ ਆਸੇ-ਪਾਸੇ ਦੇਖਿਆ, ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਉਹ ਆਪਣੇ ਬਿਸਤਰ ਵਿੱਚ ਹੀ ਪਿਆ ਸੀ। ਭੁਲੇਖਾ ਅਤੇ ਭਟਕਣ ਉਵੇਂ ਹੀ ਸਨ। ਉਹ ਆਪਣੇ ਮਗਰ ਪਏ ਇਕੱਠ ਨੂੰ ਚਿੱਤ ਫਿਰ ਡਰ ਗਿਆ। ਹੁਣ ਡਰੱਗ ਇੰਸਪੈਕਟਰ ਦੇ ਦੋਵੇਂ ਹੱਥਾਂ ਵਿੱਚ ਪੱਥਰ ਸਨ, ਸਿੰਨੇ ਹੋਏ। ਹਾਂ, ਲਾਜ ਬਥੇਰੇ ਹੈਗੇ। ਜਨਾਰਦਨ ਦਾਸ ਦੇ ਵਿਚਾਰ ਚੱਕਰ ਨੇ ਫਿਰ ਰਾਹ ਫੜਿਆ। ਪਰ ਪਰਮੇਸ਼ਰੀ ਤਾਂ ਕਹਿੰਦੀ ਹੈ ਕਿ ਰੋਹਤਾਸ਼ ਤਾਂ ਡਾਕਟਰ ਕੋਲ ਕਦੇ ਨਹੀਂ ਜਾਵੇਗਾ। ਉਸ ਨੂੰ ਠੰਡੀ ਤਾਉਣੀ ਆਈ। ਪਰਮੇਸ਼ਰੀ ਨੇ ਉਸ ਨੂੰ ਠੀਕ ਕਰਨ ਲਈ ਆਪਾ ਵਾਰ ਦਿੱਤਾ। ਕਿੰਨੇ ਦਿਲਾਸੇ ਦਿੰਦੀ ਰਹੀ ਸੀ ਉਹ ਲਗਾਤਾਰ। ਉਹ ਰੁਕ, ਕੀ ਕੀਤਾ ਜਾਵੇ ਭਮੋ, ਆਪਣੇ ਤੋਂ ਗਲਤੀ ਕਿੱਥੇ ਰਹੀ। ਕਿੰਨੇ ਚਿਰ ਤੋਂ ਪਾਸੇ ਹੁੰਦਾ ਰਿਹਾ ਰੋਹਤਾਸ਼ ਮੈਥੋਂ। ਜੇ ਉਹ ਇਹ ਹੀ ਸਮਝਦਾ ਕਿ ਡਾਕਟਰ ਕੀ ਕੁਝ ਕਰ ਦੂ, ਫਿਰ ਆਪਾਂ ਭਲਾ ਉਹਦੀ ਰਜ਼ਾਮੰਦੀ ਤੋਂ ਬਿਨਾਂ ਉਹਨੂੰ ਕਿਵੇਂ ਲਿਜਾ ਸਕਦੇ ਹਾਂ। ਬਰਾਬਰ ਦਾ ਪੁੱਤ ਹੈ, ਕਿਹੜਾ ਨਿਆਣਾ ਹੈ ਬਈ ਗੋਦੀ ਚੁੱਕ ਕੇ ਲੈ ਜਾਵਾਂਗੇ। ਭਮੋ ਚੁੱਪ ਰਹੀ, ਬਸ ਸੁਣਦੀ ਗਈ। ਧੀਰਜ ਨਾ ਖੋਈਏ ਤਾਂ ਚੰਗਾ ਹੈ ਜੀ, ਬਾਕੀ ਤੁਸੀਂ ਆਪ ਸਿਆਣੇ ਹੋ। ਧੀਰਜ ਬਣਾਉਣ ਲਈ ਉਸ ਕੋਈ ਕਸਰ ਬਾਕੀ ਨਾ ਛੱਡੀ ਅਤੇ ਜਨਾਰਦਨ ਦਾਸ ਨੂੰ ਕੁਝ ਵੀ ਨਾ ਸੋਚਣ ਦੀ ਸਹੁੰ ਖਵਾ ਉਹ ਆਪਣੇ ਮੰਜੇ 'ਤੇ ਜਾ ਪਈ। 7-4 ਦੀ ਰਜਾਈ ਵਿੱਚੋਂ ਸੋਚਾਂ ਦੇ ਬੇਰਹਿਮ ਤੀਰ ਨਿਕਲ ਭੀਸ਼ਮ ਪਿਤਾਮਾ ਦੀ ਛਾਤੀ ਨੂੰ ਵਿੰਨ੍ਹਦੇ ਰਹੇ ਅਤੇ ਹੁਣ ਪੂਰੇ ਦਾ ਪੂਰਾ ਸਾਬਤ ਸਬੂਤਾ ਭੀਸ਼ਮ ਤੀਰਾਂ ਦੀ ਸੇਜ 'ਤੇ ਪਿਆ ਸੀ। ਪੰਡਤ ਜਨਾਰਦਨ ਦਾਸ, ਕਨੌਜੀਆ ਬ੍ਰਾਹਮਣ, ਚੰਦਰਵੰਸ਼ੀ ਕੁਲ, ਬਨਾਮ ਭੀਸ਼ਮ ਪਿਤਾਮਾ। ਮੈਂ ਹੌਸਲੇ ਵਾਲਾ। ਉਸ ਆਪਣੀਆਂ ਖਿੰਡਰੀਆਂ ਪੁੰਡਰੀਆਂ ਸ਼ਕਤੀਆਂ ਇਕੱਠੀਆਂ ਕੀਤੀਆਂ। ਮੇਰੀ ਪਤਨੀ ਦਾ ਸਾਥ ਦਾ ਕਿੰਨਾ ਹੀ ਨਿੱਘ ਜੋ ਮੈਨੂੰ ਮਿਲਿਆ। ਮੇਰੀਆਂ ਬੇਟੀਆਂ, ਕਦੇ ਕੋਈ ਸ਼ਿਕਾਇਤ ਨਹੀਂ। ਹਾਂ, ਰੋਹਤਾਸ਼ ਜ਼ਰੂਰ ਪਿਛਲੇ ਸਮੇਂ ਤੋਂ ਮੈਥੋਂ ਦੂਰ ਹੁੰਦਾ ਰਿਹਾ। ਇਹ ਭਲਾ ਮੁੰਡੇ ਦੀ ਜਵਾਨੀ ਦੀ ਉਮਰ ਕਰਕੇ ਵੀ ਤਾਂ ਹੋ ਸਕਦਾ ਹੈ। ਕਦੇ ਕਦਾਈ ਪਰਮੇਸ਼ਰੀ ਦੀ ਰੋਹਤਾਸ਼ ਦੀ ਰੋਟੀ ਪਾਣੀ ਨਾ ਖਾਣ ਦੀ ਗੱਲ ਨੂੰ ਉਹ ਜ਼ਰੂਰ ਅਣਗੌਲਿਆਂ ਕਰਦਾ ਰਿਹਾ ਸੀ। ਪਰ ਰੋਹਤਾਸ਼ ਦੀ ਕਿਸੇ ਕਿਸਮ ਦੀ ਸ਼ਿਕਾਇਤ ਵੀ ਤਾਂ ਕਦੇ ਨਹੀਂ ਆਈ। ਉਸ ਨੂੰ ਠੁੰਮਣਾ ਮਿਲਿਆ, ਪਰ ਇਹ ਠੁੰਮਣਾ ਆਪਣਾ ਅਸਰ ਜ਼ਿਆਦਾ ਦੇਰ ਤੱਕ ਨਾ ਦਿਖਾ ਸਕਿਆ। ਤੀਰ ਹੋਰ ਤਖੇਰੇ ਹੋਏ ਅਤੇ ਭੀਸ਼ਮ ਓਨਾ ਹੀ ਤੜਫਦਾ ਰਿਹਾ। ਮੈਨੂੰ ਉਹਦਾ ਮਿੱਤਰ ਵੀ ਤਾਂ ਬਣਨਾ ਚਾਹੀਦਾ ਸੀ। ਪਿਛਲੇ ਸਮੇਂ ਆਪੇ ਤੋਂ ਬਾਹਰ ਹੋਏ ਰੋਹਤਾਸ਼ ਦੇ ਜਿੱਦ ਨਾਲ ਪੈਸੇ ਮੰਗਣੇ ਵੀ ਉਸ ਨੂੰ ਯਾਦ ਆਏ। 1-2 ਵਾਰ ਘਰੋਂ ਪੈਸੇ ਗਾਇਬ ਵੀ ਹੋਏ, ਪਰ ਰੋਹਤਾਸ਼ 'ਤੇ ਸ਼ੱਕ ਕਿਵੇਂ ਹੁੰਦਾ। ਪੰਡਤ ਜਨਾਰਦਨ ਦਾਸ ਰੋਹਤਾਸ਼ ਦੀਆਂ ਅੱਖਾਂ ਵੱਲ ਝਾਕਿਆ। ਕਿੱਡੇ ਡੂੰਘ ਕਸਮੈਲੀਆਂ ਚਮਕ ਕਿੱਥੇ ਗਈ। ਉਹ ਬਦਾਮ, ਸੁੱਕੇ ਮੇਵੇ, ਫਲ ਫਰੂਟ ਅਤੇ ਉਹ ਚਿੜੀਆਂ ਦਾ ਦੁੱਧ। ਤੀਰ ਹੁਣ ਭੀਸ਼ਮ ਦੇ ਮਸਤਕ 'ਤੇ ਹਮਲਾ ਕਰਨ ਲੱਗੇ। ਬੇਚੈਨੀ ਸੀ ਅਤੇ ਨਾਲੋਂ ਨਾਲ ਘਬਰਾਹਟ ਵੀ। ਪਰਮੇਸ਼ਰੀ ਨੀਂਦ ਵਿੱਚ ਜਾ ਉਤਰੀ ਸੀ, ਭਾਵੇਂ ਨੀਂਦ ਪਹਿਲਾਂ ਵਾਂਗ ਗੂੜ੍ਹੀ ਨਹੀਂ ਸੀ। ਰਾਤ ਦੇ ਕਿੰਨੇ ਵਜੇ ਸਨ ਕੋਈ ਪਤਾ ਨਹੀਂ, ਪਰ ਹਾਂ, ਸਮਾਂ ਅੱਧੀ ਰਾਤ ਜ਼ਰੂਰ ਪਾਰ ਕਰ ਗਿਆ ਲੱਗਦਾ ਸੀ। ਕਹਿਰਾਂ ਵਿੱਚ ਗੁਜ਼ਰੇ ਸਨ ਇਹ ਘੰਟੇ ਅਤੇ ਪੰਡਤ ਜਨਾਰਦਨ ਦਾਸ ਆਪਣੇ ਬਿਸਤਰ ਵਿੱਚੋਂ ਬਾਹਰ ਆਇਆ। ਗੇਟ ਵਾਲੇ ਪਾਸਿਓਂ ਥੋੜ੍ਹਾ ਖੜਾਕ ਹੋਇਆ। ਕਸ਼ਟ ਵੇਲੇ ਸਾਲੇ ਕੁੱਤੇ ਬਿੱਲੇ ਵੀ ਨਹੀਂ ਟਿਕਣ ਦਿੰਦੇ। ਉਸ ਕਚੀਚੀ ਵੱਟੀ ਅਤੇ ਰੋਹਤਾਸ਼ ਕੰਧ ਟੱਪ ਆਪਣੇ ਬਿਸਤਰ ਵਿੱਚ ਆ ਦੁਬਕਿਆ ਸੀ। ਬੇਸੁੱਧ ਚਿਹਰੇ 'ਤੇ ਮਰਦਾਨੀ ਛਾਈ ਹੋਈ, ਅੱਖਾਂ ਦੇ ਡੂੰਘ ਹੋਰ ਡੰਗੇਰੇ ਹੋਏ।
ਕਮਰੇ ਦਾ ਦਰਵਾਜ਼ਾ ਅੱਧ ਖੁੱਲ੍ਹਾ ਸੀ। ਉਸ ਭਲੇ ਮਾਨਸ ਨੇ ਤਾਂ ਬੂਟ ਵੀ ਨਹੀਂ ਸਨ ਉਤਾਰੇ। ਦਾਮੇ ਪੈਰੀ ਪੰਡਿਤ ਜਨਾਰਦਨ ਦਾਸ ਰੋਹਤਾਸ਼ ਦੇ ਕਮਰੇ ਅੰਦਰ ਜਾ ਦਾਖਲ ਹੋਇਆ। ਸਭ ਕੁਝ ਉਖੜਿਆ ਪੁਖੜਿਆ। ਟੁੱਟੀ ਵੀਣਾ ਦੀ ਹਰ ਤਾਰ ਹੀ ਉਖੜੀ ਪੁਖੜੀ। ਰਾਗ ਰਸ ਕਿੱਥੋਂ ਪੈਦਾ ਹੁੰਦਾ? ਰੋਹਤਾਸ਼ ਦੇ ਮੇਜ਼ ਦੇ ਅੱਧੇ ਖੁੱਲ੍ਹੇ ਦਰਾਜ ਵਿੱਚੋਂ ਮੂੰਹ ਚੜਿਆਉਂਦੀਆਂ ਟੁੱਟੀ ਵੀਣਾ ਦੀਆਂ ਟੁੱਟੀਆਂ ਤਾਰਾਂ। वो जनाजा ही क्या जो जौवन में ही ना उठे। हिंदी संस्कृति का ज्ञाता पंडित जनार्दन दास पीला बसार होया। सजनी हुण तेरा साथ भी निग नहीं देवेगा जो मैं कैसा सी, पर हाँ तैनू अगले जन्म विच मिलण दी तांग लै मैं जरूर तुरांगा तेरी इस रंगली दुनिया तो। एक पिता पुत्र दी इस कदर लिखी डायरी कित्थों तक पढ़दा। ਉਹ ਡੈਰੀ ਉਸ ਦਰਾਜ ਅੰਦਰ ਰੱਖਣ ਲਈ ਔਲਿਆ ਤਾਂ ਪੂਰੇ ਦੇ ਪੂਰੇ ਰੈਕ ਵਿਚਲੀਆਂ ਨਸ਼ੀਲੀਆਂ ਦਵਾਈਆਂ ਮੂੰਹ ਚੜਾਉਣ ਲੱਗੀਆਂ। ਲਾਲ ਰੰਗ ਦੀਆਂ ਖੁੱਲ੍ਹੀਆਂ ਗੋਲੀਆਂ ਦੀ ਇੱਕ ਪੂਰੀ ਥੈਲੀ, ਮੈਂਡਰੈਕਸ, ਡਾਇਜ਼ਾ, ਫੈਂਸੀ ਅਤੇ ਕਿੰਨੇ ਹੀ ਨਾ ਪੜ੍ਹੇ ਜਾਣ ਵਾਲੇ ਖਾਲੀ ਪੱਤੇ। ਪੰਡਿਤ ਜਨਾਰਦਨ ਦਾਸ ਦੀਆਂ ਲੱਤਾਂ ਜਵਾਬ ਦੇਣ ਲੱਗੀਆਂ। ਦੋ ਟੁਕ ਰੋਹਤਾਸ਼ ਦੇ ਚਿਹਰੇ ਦੀਆਂ ਨਿਕਲੀਆਂ ਹੱਡੀਆਂ ਵੱਲ ਦੇਖਿਆ। ਜਨਾਜ਼ਾ ਸੱਚਮੁੱਚ ਹੀ ਜਵਾਨੀ ਵਿੱਚ ਉੱਠਦਾ ਪ੍ਰਤੀਤ ਹੋਇਆ। ਆਪਣੇ ਕਮਰੇ ਵੱਲ ਮੁੜਨ ਲਈ ਪੈਰ ਕਾਹਲੇ ਹੋਏ। ਜਦ ਉਸ ਦਾ ਕੁੜਤਾ ਅਲਮਾਰੀ ਚਿਟਕਣੀ ਵਿੱਚ ਅੜਕਿਆ ਤਾਂ ਇੱਕ ਝਟਕੇ ਨਾਲ ਹੀ ਜਸੂਸੀ ਨਾਵਲ ਅਤੇ ਸਿਗਰਟਾਂ ਦੀ ਡੱਬੀ ਇਕੱਠੇ ਹੀ ਉਸ ਦੇ ਪੈਰਾਂ ਵਿੱਚ ਅੜ ਗਏ। ਰੋਹਤਾਸ਼ ਦੀਆਂ ਅੱਖਾਂ ਲਾਮੀ ਫਿਰੀ ਕਾਲਖ ਹੋਰ ਸਿਆਹ ਹੋਈ। ਪਰਮੇਸ਼ਰੀ ਦੀਆਂ ਝੂਡੀਆਂ ਦਾ ਜਾਲ ਹੋਰ ਬਦਰੰਗ ਹੋਇਆ। ਪ੍ਰੇਮ ਆਲਿੰਗਣ ਵਿੱਚ ਮਸਤ ਬੰਬੀਹਾ ਕਦੋਂ ਦਾ ਡਾਰੀ ਮਾਰ ਗਿਆ। ਸੌਦਾਮਣੀ ਅਤੇ ਭਾਗੀਰਥੀ ਲਈ ਮਰਦ ਕਿੱਥੋਂ ਲੱਭਦੇ ਅਤੇ ਤੀਰਾਂ ਵਿੱਚ ਬਿੰਨਿਆ ਭੀਸ਼ਮ ਮੁੜ ਤੀਰਾਂ ਦੀ ਸੇਜ 'ਤੇ ਜਾ ਪਿਆ। ਲੰਘ ਗਏ ਦਰਿਆ ਅਤੇ ਸਮਾਂ ਕਦੇ ਭਲਾ ਵਾਪਸ ਵੀ ਪਰਤੇ ਹੈ। ਇੱਕ ਹੋਰ ਤੀਰ, ਬਸ ਹੁਣ ਤੀਰ ਹੀ ਤਾਂ ਸਨ ਜੋ ਤੀਰਾਂ ਵਿੱਚ ਹੀ ਵੱਜ ਰਹੇ ਸਨ। ਨਾ ਭੀਸ਼ਮ ਸੀ ਨਾ ਪੰਡਿਤ ਜਨਾਰਦਨ ਦਾਸ, ਬਸ ਇੱਕ ਧੂਣੀ ਸੀ ਬੜੀ ਹੀ ਬੇਰਸ। ਉਹ ਜਨਾਜ਼ਾ ਹੀ ਕਿਆ ਹੈ। ਮਰੀਆਂ ਹੋਈਆਂ ਨਸਾਂ ਸਨ, ਬੁਝੇ ਅਰਮਾਨ, ਪਰ ਜਵਾਨੀ ਵਿੱਚ ਤੁਰ ਜਾਣ ਦੀ ਲਾਲਸਾ ਅਤੇ ਡਰੱਗਸ ਦੀ ਨੀਂਹ, ਬੇਹੋਸ਼ੀ, ਜਾਸੂਸੀ ਨਾਵਲ ਅਤੇ ਸਿਗਰਟਾਂ ਦੀ ਡੱਬੀ। ਫਿਰ ਵੀ ਖਿੰਡਰੀਆਂ ਪੁੰਡਰੀਆਂ ਸ਼ਕਤੀਆਂ ਦੇ ਇਕੱਠ ਦੇ ਤਕੜਾ ਦੀ ਸੱਜਰੀ ਸਵੇਰ ਦੀ ਪਹਿਲੀ ਕਿਰਨ ਸੀ ਜਿਹੜੀ ਪੰਡਿਤ ਜਨਾਰਦਨ ਦਾਸ ਨੂੰ ਕਹਿ ਰਹੀ ਸੀ, ਆਪਾਂ ਬਛਾਉਣ ਵਾਲਿਆਂ ਨੂੰ ਜਵਾਬ ਨਹੀਂ ਦੇਣਾ। ਲਾਜ ਬਥੇਰੇ ਹੈਗੇ ਆ, ਮੁੰਡੇ ਨੂੰ ਦਿਨਾਂ 'ਚ ਹੀ ਤਕੜਾ ਕਰ ਲਾਂਗੇ। ਪੂਰੇ ਤਕੜੇ ਮਨ ਨਾਲ ਪੰਡਿਤ ਜਨਾਰਦਨ ਦਾਸ ਪਰਮੇਸ਼ਰੀ ਨਾਲ ਰਾਏ ਮਸ਼ਵਰਾ ਕਰ ਰਿਹਾ ਸੀ ਅਤੇ ਤੀਰਾਂ 'ਤੇ ਪਿਆ ਹੋਇਆ ਵੀ ਭੀਸ਼ਮ ਪਿਆਰ ਨਾਲ ਰੋਹਤਾਸ਼ ਦੇ ਮੂੰਹ ਨੂੰ ਚੁੰਮ ਰਿਹਾ ਸੀ। ਅਤੇ ਹੁਣ ਤਾਂ ਰੋਹਤਾਸ਼ ਨੇ ਵੀ ਉਸ ਗੱਲ ਲਈ ਹਾਮੀ ਭਰ ਦਿੱਤੀ ਸੀ ਜਿਸ ਗੱਲ ਲਈ ਉਹ ਕਦੋਂ ਦਾ ਨਾ ਕਰਦਾ ਰਿਹਾ ਸੀ। ਬਹੁਤ ਧੰਨਵਾਦ ਜੀ।